बिस्मिल्लाहिर्रहमानिर्रहीम अस्सलाम वालेकुम व्यूवर्स की हाल उम्मीद है सारे ठीक होंगे। अल्लाह ताला सारिਆਂ ਨੂੰ ਆਪਣੇ ਘਰਾਂ 'ਚ ਖੁਸ਼ ਰੱਖੇ ਆਬਾਦ ਰੱਖੇ ਆਮੀਨ ਸੋਮਾ ਆਮੀਨ। ਤੇ व्यूवर्स ਅੱਜ ਤੁਹਾਡੇ ਲਈ ਗੋਭੀ ਦੀ ਐਸੀ ਜ਼ਬਰਦਸਤ ਰੈਸਿਪੀ ਲੈ ਕੇ ਆਏ ਹਾਂ ਜਿਹੜੀ ਤੁਸੀਂ ਪਹਿਲੇ ਕਦੀ ਵੀ ਇਸ ਤਰੀਕੇ ਨਾਲ ਨਹੀਂ ਬਣਾਈ ਹੋਏਗੀ। ਚਲੋ ਦੇਖਦੇ ਹਾਂ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ। ਬਹੁਤ ਹੀ ਮਜ਼ੇ ਦੀ ਤੇ ਬਹੁਤ ਹੀ ਆਸਾਨ ਰੈਸਿਪੀ ਆ। ਤੁਸੀਂ ਇਹ ਜਦੋਂ ਬਣਾ ਕੇ ਘਰਦਿਆਂ ਨੂੰ ਖਿਲਾਓਗੇ ਤੇ ਘਰ ਦੇ ਜਿਹੜੇ ਆ ਕਿਸੇ ਵੀ ਰੈਸਟੋਰੈਂਟ ਵੱਡੇ 5 ਸਟਾਰ ਹੋਟਲ ਦੀ ਜਿਹੜੀ ਆ ਕੋਈ ਵੱਡੀ ਡਿਸ਼ ਉਹਨਾਂ ਦੀ ਜਿਹੜੀ ਕੋਈ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਹੋਏਗੀ। ਗੋਭੀ ਤੇ ਕੀ ਹੋਰ ਕੋਈ ਵੱਡੀ ਡਿਸ਼ ਉਹਨੂੰ ਵੀ ਖਾਣਾ ਭੁੱਲ ਜਾਣਗੇ। ਇੰਨੀ ਜ਼ਬਰਦਸਤ ਰੈਸਿਪੀ ਬਣੇਗੀ, ਤੁਹਾਨੂੰ ਕੋਲੋਂ ਰੋਜ਼ ਫਰਮਾਇਸ਼ ਕਰਨਗੇ ਕਿ ਸਾਨੂੰ ਇਸੇ ਤਰੀਕੇ ਦੇ ਨਾਲ ਗੋਭੀ ਬਣਾ ਕੇ ਦਿਓ। ਚਲੋ ਦੇਖਦੇ ਹਾਂ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ। ਬਹੁਤ ਹੀ ਆਸਾਨ ਜੀ ਰੈਸਿਪੀ ਆ ਤੇ ਬਹੁਤ ਹੀ ਮਜ਼ੇ ਦੀ ਹੋਣ ਵਾਲੀ ਆ ਤੇ ਕੋਈ ਇੰਨੀ ਟਾਈਮ ਟੇਕਿੰਗ ਵੀ ਨਹੀਂਗੀ, ਬਹੁਤ ਜਲਦੀ ਜਲਦੀ ਆਪਾਂ ਸਾਰੇ ਕੰਮ ਕਰ ਲੈਣੇ ਆ। ਚਲੋ ਦੇਖਦੇ ਹਾਂ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ। ਲੇਕਿਨ ਇਸ ਤੋਂ ਪਹਿਲੇ ਕਿ ਵੀਡੀਓ ਸਟਾਰਟ ਕੀਤੀ ਜਾਵੇ ਤੁਹਾਨੂੰ ਰਿਕੁਐਸਟ ਹੈ ਕਿ ਵੀਡੀਓ ਨੂੰ ਤੁਸੀਂ ਫੁੱਲ ਵਾਚ ਕਰਨਾ ਹੈ। ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਵੀ ਕਰਿਆ ਜੇ, ਸ਼ੇਅਰ ਵੀ ਕਰਿਆ ਜੇ, ਚੈਨਲ 'ਤੇ ਨਵੇਂ ਚੈਨਲ ਸਬਸਕ੍ਰਾਈਬ ਕਰਕੇ ਜਾਇਆ ਜੇ, ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜੇ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਸਭ ਤੋਂ ਪਹਿਲੇ ਫੁੱਲ ਗਰਮ ਪਾਣੀ ਲਵਾਂਗੇ ਤੇ ਉਹਦੇ ਵਿੱਚ ਆਪਾਂ ਗੋਭੀ ਸ਼ਾਮਿਲ ਕਰ ਦਿਆਂਗੇ। ਮੇਰੇ ਕੋਲ 3 ਫੁੱਲ ਸੀਗੇ ਗੋਭੀ ਦੇ ਤੇ ਤਕਰੀਬਨ ਅੱਧੇ ਚਮਚ ਤੋਂ ਥੋੜੀ ਜਿਹੀ ਕਮ ਹਲਦੀ ਸ਼ਾਮਿਲ ਕਰ ਦਿੱਤੀ ਹੈ ਤੇ ਥੋੜਾ ਜਿਹਾ ਇਹਦੇ ਵਿੱਚ ਨਮਕ ਸ਼ਾਮਿਲ ਕਰ ਦਿੱਤਾ ਵਾ। ਫਲੇਮ ਮੈਂ ਬੰਦ ਕਰ ਦਿੱਤਾ ਸੀ। ਗੋਭੀ ਪਾਉਣ ਤੋਂ ਬਾਅਦ ਥੋੜਾ ਜਿਹਾ ਇਹਦੇ ਵਿੱਚ ਸਿਰਕਾ ਸ਼ਾਮਿਲ ਕਰਾਂਗੇ, ਤਕਰੀਬਨ 1 ਚਮਚ। ਤੇ ਇਹਨੂੰ ਅੱਛੇ ਤਰੀਕੇ ਨਾਲ ਮਿਕਸ ਕਰਕੇ 3-4 ਮਿੰਟ ਇਹਨੂੰ ਇਸੇ ਤਰ੍ਹਾਂ ਪਿਆ ਰਹਿਣ ਦੇਵਾਂਗੇ। ਪਹਿਲੀ ਗੱਲ ਤਾਂ ਇਹ ਕਿ ਜਦੋਂ ਤੁਸੀਂ ਗੋਭੀ ਨੂੰ ਬਣਾਓ, ਗੋਭੀ ਨੂੰ ਕੱਟਣ ਲੱਗੇ ਉਦੋਂ ਉਹਨੂੰ ਚੈੱਕ ਕਰਕੇ ਕੱਟੋ ਵਿੱਚ ਕੋਈ ਕੀੜਾ ਵਗੈਰਾ ਨਾ ਹੋਵੇ। ਤੇ ਫਿਰ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਥੋੜੀ ਦੇਰ ਗਰਮ ਪਾਣੀ ਦੇ ਵਿੱਚ ਰੱਖ ਦਿਓਗੇ, ਹਲਦੀ ਤੇ ਨਮਕ ਤੇ ਥੋੜਾ ਜਿਹਾ ਸਿਰਕਾ ਪਾ ਕੇ, ਤੇ ਇਹਦੇ ਵਿੱਚ ਜੇ ਕੋਈ ਐਸੀ ਵੈਸੀ ਚੀਜ਼ ਹੋਏਗੀ, ਜੇ ਕੋਈ ਕੀੜਾ ਵਗੈਰਾ ਹੋਏਗਾ ਉਹ ਵੀ ਮਰ ਕੇ ਨਿਕਲ ਜਾਏਗਾ। ਤੇ ਜਾਂ ਕੋਈ ਇੱਕ ਤੇਲਾ ਵਗੈਰਾ ਹੁੰਦਾ ਲੱਗਾ ਹੋਇਆ ਗੋਭੀ ਦੇ ਅੰਦਰ ਤੇ ਉਹ ਵੀ ਜੇ ਹੋਏਗਾ ਤੇ ਉਹ ਵੀ ਖਤਮ ਹੋ ਜਾਏਗਾ। ਤੇ ਗੋਭੀ ਤੁਹਾਡੀ ਬਿਲਕੁਲ ਸਾਫ਼ ਸੁਥਰੀ ਤੇ ਜਰਾਸੀਮ ਤੋਂ ਪਾਕ ਹੋ ਜਾਏਗੀ। ਤੇ ਦੇਖੋ ਇਹਨੂੰ ਹੁਣ ਆਪਾਂ ਕੱਢ ਲਾਂਗੇ ਤਕਰੀਬਨ 3-4 ਮਿੰਟ ਤੋਂ ਬਾਅਦ। ਤੇ ਹੁਣ ਆਪਾਂ ਬਾਕੀ ਦੀ ਤਿਆਰੀ ਕਰਦੇ ਹਾਂ। ਦੇਖੋ ਮਾਸ਼ਾਅੱਲਾ ਕਿੰਨਾ ਜ਼ਬਰਦਸਤ ਕਲਰ ਲੱਗ ਰਿਹਾ ਗੋਭੀ ਦਾ, ਥੋੜਾ ਜਿਹਾ ਹਲਦੀ ਦਾ ਕਲਰ ਪਾਉਣ ਨਾਲ। ਥੋੜ੍ਹੀਆਂ ਜਿਹੀਆਂ ਸਬਜ਼ ਮਿਰਚਾਂ ਲਵਾਂਗੇ, ਲਸਣ ਲਵਾਂਗੇ ਕਾਫੀ ਸਾਰਾ, ਤੇ ਨਾਲ ਅਦਰਕ ਲਵਾਂਗੇ। ਅਦਰਕ ਵੀ ਕਾਫੀ ਸਾਰਾ ਲਵਾਂਗੇ ਤੇ ਅਦਰਕ ਨੂੰ ਛਿੱਲ ਕੇ ਇਹ ਚੀਜ਼ਾਂ ਆਪਾਂ ਮੋਟੀਆਂ-ਮੋਟੀਆਂ ਦਰਦਰੀਆਂ ਕੁੱਟਣੀਆਂ ਵਾ, ਬਹੁਤ ਜ਼ਿਆਦਾ ਬਾਰੀਕ ਨਹੀਂ ਕਰਨੀਆਂ। ਇਸ ਲਈ ਇਹਨੂੰ ਮੈਂ ਇਹਦੇ ਵਿੱਚ ਚਟੂਵੱਟੇ ਦੇ ਵਿੱਚ ਕੁੱਟਦੀ ਪਈ ਹਾਂ। ਤੇ ਜੇ ਆਪਾਂ ਬਾਰੀਕ ਕਰਨੀਆਂ ਹੁੰਦੀਆਂ ਤੇ ਫਿਰ ਆਪਾਂ ਇਹਨੂੰ ਉਹਦੇ ਵਿੱਚ ਗ੍ਰਾਈਂਡਰ ਦੇ ਵਿੱਚ ਵੀ ਗ੍ਰਾਈਂਡ ਕਰ ਸਕਦੇ ਸੀਗੇ, ਜਾਂ ਦੂਸਰੀ ਕੁੰਡੀ ਦੇ ਵਿੱਚ ਵੀ ਹੋ ਜਾਣੀਆਂ ਸੀ। ਇਹਦੇ ਵਿੱਚ ਜ਼ਰਾ ਥੋੜ੍ਹਾ ਜਲਦੀ ਹੋ ਜਾਂਦਾ ਵਾ, ਬਾਹਰ ਵੀ ਜ਼ਿਆਦਾ ਨਹੀਂ ਗਿਰਦੀਆਂ ਚੀਜ਼ਾਂ, ਤੇ ਇਸ ਲਈ ਤੇ ਇਹਨੂੰ ਆਪਾਂ ਮੋਟਾ-ਮੋਟਾ ਕੁੱਟ ਲਾਂਗੇ ਦਰਦਰਾ ਜਿਹਾ। ਤੇ ਟਮਾਟਰ 3 ਮੀਡੀਅਮ ਸਾਈਜ਼ ਦੇ ਲੈ ਕੇ ਉਹਨਾਂ ਨੂੰ ਵੀ ਮੈਂ ਕੱਦੂਕਸ਼ ਕਰ ਲਿਆ ਮੋਟੀ ਸਾਈਡ ਤੋਂ। ਬਾਰੀਕ ਸਾਈਡ ਤੋਂ ਨਹੀਂ ਕਰਨਾ, ਮੋਟੀ ਸਾਈਡ ਤੋਂ ਕੱਦੂਕਸ਼ ਕਰਨਾ। ਇਹਨਾਂ ਨੂੰ ਪਿੱਛੇ ਕਰ ਦਾਂਗੇ। ਹੁਣ ਆ ਗਈ ਗੋਭੀ ਦੀ ਵਾਰੀ। ਤੇ ਗੋਭੀ ਦੇ ਵਿੱਚ ਆਪਾਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਪਾ ਕੇ ਮੈਰੀਨੇਟ ਕਰਕੇ ਰੱਖਾਂਗੇ। ਸੁੱਕਾ ਧਨੀਆ ਪਾਇਆ ਵਾ ਅੱਧਾ ਚਮਚ ਕੁੱਟਿਆ ਹੋਇਆ, ਥੋੜ੍ਹਾ ਜਿਹਾ ਚਾਟ ਮਸਾਲਾ, ਅੱਧਾ ਚਮਚ ਇਹਦੇ ਵਿੱਚ ਸੁਰਖ ਮਿਰਚ ਦਾ ਸ਼ਾਮਿਲ ਕਰ ਦਾਂਗੇ, ਥੋੜ੍ਹੀ ਜਿਹੀ ਹਲਦੀ ਸ਼ਾਮਿਲ ਕਰਾਂਗੇ। ਹਲਦੀ ਆਪਾਂ ਪਹਿਲੇ ਵੀ ਸ਼ਾਮਿਲ ਕੀਤੀ ਆ। ਤੇ ਤਕਰੀਬਨ 2 ਤੋਂ 3 ਚਮਚ ਆਪਾਂ ਬੇਸਨ ਦੇ ਲਵਾਂਗੇ। ਬੇਸਨ ਨੂੰ ਅੱਛੇ ਤਰੀਕੇ ਨਾਲ ਸਾਫ਼ ਸੁਥਰਾ ਛਾਣ ਲਈਓ। ਜੇ ਤੁਹਾਨੂੰ ਯਕੀਨ ਹੈ ਕਿ ਨਹੀਂ ਇਹਦੇ ਵਿੱਚ ਕੋਈ ਚੀਜ਼ ਤਾਂ ਫਿਰ ਤੁਸੀਂ ਇਹਨੂੰ ਛਾਣੇ ਬਗੈਰ ਵੀ ਪਾ ਲਓ। ਤੇ ਇਹਨਾਂ ਨੂੰ ਮਿਕਸ ਕਰਾਂਗੇ ਅੱਛੇ ਤਰੀਕੇ ਦੇ ਨਾਲ, ਇਸ ਤਰ੍ਹਾਂ ਟਾਸ ਕਰਕੇ ਕਿ ਸਾਰਾ ਜਿਹੜਾ ਵਾ ਅੱਛੇ ਤਰੀਕੇ ਦੇ ਨਾਲ ਕੋਟ ਹੋ ਜਾਵੇ। ਤੇ ਇਹਨੂੰ ਕੋਈ ਆਪਾਂ ਜ਼ਿਆਦਾ ਟਾਈਮ ਰੈਸਟ ਨਹੀਂ ਦੇਣਾ, ਬਸ ਇਹਨੂੰ ਆਪਾਂ ਲਗਾ ਕੇ ਰੱਖ ਦੇਣਾ ਵਾ। ਤੇ ਨਾਲ ਹੀ ਆਪਾਂ ਹੁਣ ਘੀ ਗਰਮ ਕਰਨਾ ਰੱਖ ਲਿਆ ਵਾ। ਤੇ ਜਦੋਂ ਘੀ ਗਰਮ ਹੋ ਗਿਆ 3-4 ਮਿੰਟ ਤੇ ਲੱਗ ਜਾਂਦੇ ਇੰਨੇ ਕੁ ਕੰਮ ਦੇ ਵਿੱਚ, ਬਸ 3-4 ਮਿੰਟ ਵਾਸਤੇ ਹੀ ਆਪਾਂ ਇਹਨੂੰ ਮੈਰੀਨੇਟ ਕੀਤਾ ਸੀਗਾ। ਤੇ ਘੀ ਗਰਮ ਹੋ ਗਿਆ ਵਾ ਤੇ ਇਹਦੇ ਵਿੱਚ ਆਪਾਂ ਗੋਭੀ ਪਾ ਕੇ ਤੇ ਇਹਨੂੰ ਫਰਾਈ ਕਰ ਲਾਂਗੇ। ਤਕਰੀਬਨ 1 ਜਾਂ 2 ਮਿੰਟ ਵਾਸਤੇ ਇਹਨੂੰ ਆਪਾਂ ਫਰਾਈ ਕਰਨਾ ਵਾ, ਬਹੁਤ ਜ਼ਿਆਦਾ ਫਰਾਈ ਨਹੀਂ ਕਰਨਾ। ਤਕਰੀਬਨ 2 ਮਿੰਟ ਬਾਅਦ ਮੈਂ ਗੋਭੀ ਕੱਢ ਲਈ ਆ। ਤੇ ਇਸੇ ਬਰਤਨ ਦੇ ਵਿੱਚ ਆਪਾਂ ਹੁਣ ਬਾਕੀ ਦੀ ਵੀ ਤਿਆਰੀ ਕਰ ਲਾਂਗੇ। ਜੇ ਤੁਸੀਂ ਚਾਹੋ ਤਾਂ ਬਰਤਨ ਬਦਲ ਲਈਓ, ਲੇਕਿਨ ਮੈਂ ਨਹੀਂ ਬਦਲਿਆ ਹੈ। ਜਿਹੜਾ ਥੋੜ੍ਹਾ ਬਹੁਤ ਜਲਿਆ ਹੋਇਆ ਬੇਸਨ ਸੀ ਇਹਨੂੰ ਮੈਂ ਸਾਫ਼ ਕਰ ਲਿਆ, ਕੋਸ਼ਿਸ਼ ਕੀਤੀ ਕਿ ਜਿੰਨਾ ਕੁ ਮੇਰੇ ਕੋਲ ਨਿਕਲ ਗਿਆ। ਇੱਕ ਤੇਜ਼ ਪੱਤਾ ਪਾਵਾਂਗੇ, ਥੋੜ੍ਹੀ ਜਿਹੀ ਕਾਲੀਆਂ ਮਿਰਚਾਂ ਤੇ 3-4 ਲੌਂਗ ਸ਼ਾਮਿਲ ਕਰ ਦਿੱਤੇ ਆ। ਤੇ ਇਹ ਥੋੜ੍ਹੀ ਜਿਹੀ ਅਜਵਾਇਨ ਕ੍ਰਸ਼ ਕਰਕੇ ਪਾ ਲਾਂਗੇ ਹੱਥ ਦੇ ਨਾਲ ਹੀ। ਘੀ ਫੁੱਲ ਗਰਮ ਨਹੀਂ ਹੋਣਾ ਚਾਹੀਦਾ ਤੁਹਾਡਾ, ਫਲੇਮ ਬਿਲਕੁਲ ਸਲੋ ਕੀਤਾ ਹੋਇਆ। ਜਿਹੜੀਆਂ ਚੀਜ਼ਾਂ ਆਪਾਂ ਕੁੱਟੀਆਂ ਸੀਗੀਆਂ ਅਦਰਕ, ਲਸਣ ਤੇ ਸਬਜ਼ ਮਿਰਚਾਂ, ਉਹ ਸ਼ਾਮਿਲ ਕਰ ਦਿਆਂਗੇ। ਇਹਦਾ ਥੋੜ੍ਹਾ ਜਿਹਾ ਕੱਚਾਪਨ ਖ਼ਤਮ ਕਰਾਂਗੇ। ਤੇ ਹੁਣ ਆ ਗਈ ਮਟਰ ਦੀ ਵਾਰੀ। ਮਟਰ ਵੀ ਜਿਹੜੇ ਆ ਅੱਜ ਕੱਲ੍ਹ ਜਿਹੜੇ ਕੁਛ ਨਾ ਜ਼ਿਆਦਾ ਜਲਦੀ ਗਲਦੇ ਨੇਗੇ, ਤੇ 1.5 ਪਾਓ ਮੇਰੇ ਕੋਲ ਮਟਰ ਸੀਗੇ ਜਿਨ੍ਹਾਂ ਵਿੱਚ ਇੰਨੇ ਕੀ ਦਾਣੇ ਨਿਕਲੇ ਬਸ। ਤੇ ਉਹਨਾਂ ਨੂੰ ਆਪਾਂ ਹੁਣ ਇਹਦੇ ਵਿੱਚ ਇਸੇ ਸਟੈਪ 'ਤੇ ਪਾ ਦਾਂਗੇ। ਜਦੋਂ ਆਪਾਂ ਇਸ ਸਟੈਪ 'ਤੇ ਮਟਰ ਪਾਉਂਦੇ ਇੱਕ ਤਾਂ ਇਹਨਾਂ ਦਾ ਟੇਸਟ ਬਹੁਤ ਜ਼ਬਰਦਸਤ ਆਉਂਦਾ ਵਾ, ਤੇ ਦੂਸਰੇ ਨੰਬਰ 'ਤੇ ਕਿ ਗਲ ਜਲਦੀ ਜਾਂਦੇ ਆ। ਬਾਅਦ ਵਿੱਚ ਆਪਾਂ ਨੂੰ ਕੋਈ ਇੰਨਾ ਪਾਣੀ ਵਗੈਰਾ ਲਾ ਕੇ ਗਲਾਉਣ ਦੀ ਜ਼ਰੂਰਤ ਨਹੀਂ ਪੈਂਦੀ। ਜਦੋਂ ਮਟਰ ਥੋੜ੍ਹੇ ਜਿਹੇ ਗਲ ਜਾਣ ਤਾਂ ਆਪਾਂ ਇਹਦੇ ਵਿੱਚ ਪਿਆਜ਼ ਸ਼ਾਮਿਲ ਕਰ ਦਿਆਂਗੇ। ਤੇ ਹੁਣ ਕਰਾਂਗੇ ਇਹਨਾਂ ਦੀ ਭੁਨਾਈ ਚੰਗੇ ਤਰੀਕੇ ਦੇ ਨਾਲ, ਇਸ ਤਰੀਕੇ ਨਾਲ। ਤੇ ਇਹ ਦੇਖੋ ਮਾਸ਼ਾਅੱਲਾ ਪਿਆਜ਼ ਵੀ ਥੋੜ੍ਹਾ ਜਿਹਾ ਆਪਣਾ ਕਲਰ ਚੇਂਜ ਕਰ ਗਿਆ ਵਾ।
ਤੇ ਹੁਣ ਇਹਦੇ ਵਿੱਚ ਆਪਾਂ ਟਮਾਟਰ ਸ਼ਾਮਿਲ ਕਰ ਦਿਆਂਗੇ ਜਿਹੜੇ ਆਪਾਂ ਕੱਦੂਕਸ਼ ਕਰਕੇ ਰੱਖੇ ਸੀਗੇ। ਪੇਸਟ ਬਣਾ ਕੇ ਤੁਸੀਂ ਨਹੀਂ ਪਾਣੇ ਇਹਦੇ ਵਿੱਚ ਟਮਾਟਰ। ਇਹ ਥੋੜ੍ਹਾ ਜਿਹਾ ਪਾਣੀ ਦਾ ਛਿੱਟਾ ਲਾ ਦਿਆਂਗੇ। ਟਮਾਟਰ ਲੱਗੇ ਹੋਏ ਸੀ ਪਲੇਟ ਦੇ ਵਿੱਚ, ਤੇ ਉਹਦੇ ਨਾਲ ਮੈਂ ਕਿਹਾ ਚਲੋ ਜ਼ਾਇਆ ਨਾ ਹੋਵੇ। ਤੇ ਜਿੰਨੀ ਦੇਰ ਤੱਕ ਇਹ ਮਸਾਲਾ ਆਪਣਾ ਤਿਆਰ ਹੋ ਰਿਹਾ ਵਾ ਤੇ ਆਪਾਂ ਹੋਰ ਥੋੜ੍ਹੀ ਜਿਹੀ ਤਿਆਰੀ ਕਰ ਲੈਂਦੇ ਹਾਂ। ਦਹੀਂ ਲਵਾਂਗੇ, ਤਕਰੀਬਨ ਮੇਰੇ ਕੋਲ 1 ਕਟੋਰੀ ਦਹੀਂ ਦੀ ਹੈ। ਇਹਦੇ ਵਿੱਚ ਕੁੱਟਿਆ ਹੋਇਆ ਧਨੀਆ ਸੁੱਕਾ ਸ਼ਾਮਿਲ ਕਰ ਦਿੱਤਾ, ਥੋੜ੍ਹੀ ਜਿਹੀ ਹਲਦੀ, ਥੋੜ੍ਹਾ ਜਿਹੀ ਸੁਰਖ ਮਿਰਚ ਤੇ ਥੋੜ੍ਹਾ ਜਿਹਾ ਚਾਟ ਮਸਾਲਾ, ਨਮਕ ਸ਼ਾਮਿਲ ਕਰਾਂਗੇ। ਨਮਕ ਆਪਾਂ ਪਹਿਲੇ ਕਿਤੇ ਵੀ ਸ਼ਾਮਿਲ ਨਹੀਂ ਕੀਤਾ, ਹੁਣ ਥੋੜ੍ਹਾ ਜਿਹਾ ਨਮਕ ਸ਼ਾਮਿਲ ਕਰਾਂਗੇ। ਤੇ ਇਹ ਮੈਂ ਇਹਦੇ ਵਿੱਚ ਸ਼ਾਮਿਲ ਕੀਤਾ ਵਾ ਚਿਕਨ ਪਾਊਡਰ। ਇਹਨਾਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਅੱਛੇ ਤਰੀਕੇ ਦੇ ਨਾਲ। ਤੇ ਬਾਕੀ ਟੋਟਲ ਮਸਾਲੇ ਆਪਾਂ ਪਾਏ ਤੇ 2 ਦਫਾ ਵਾ ਸੌਰੀ ਇਹਦੇ ਵਿੱਚ। ਤੇ ਪਹਿਲੇ ਹਲਦੀ ਆਪਾਂ ਪਹਿਲੇ ਵੀ ਪਾਈ ਸੀਗੀ। ਤੇ ਇਹ ਸਾਰੇ ਸਿਰਫ ਆਪਾਂ ਉਨੇ ਮਸਾਲੇ ਆਪਣੇ ਪਾਏ ਆ ਜਿੰਨੇ ਆਪਾਂ ਇੱਕ ਹਾਂਡੀ ਦੇ ਵਿੱਚ ਪਾਈ ਦੇ, ਲੇਕਿਨ ਇਹ ਵਾ ਕਿ ਥੋੜ੍ਹੇ ਥੋੜ੍ਹੇ ਕਰਕੇ 2-3 ਸਟੈਪ ਦੇ ਵਿੱਚ ਪਾ ਦਿੱਤੇ ਆ। ਤੇ ਥੋੜ੍ਹੀ ਜਿਹੀ ਜਿਹੜੀ ਆ ਸੁੱਕੀ ਮੇਥੀ ਸ਼ਾਮਿਲ ਕਰ ਦਿੱਤੀ ਸੀ ਦਹੀਂ ਦੇ ਵਿੱਚ। ਉਨੀ ਦੇਰ ਤੱਕ ਆਪਣਾ ਇਹ ਪਿਆਜ਼ ਵਗੈਰਾ ਗਲ ਗਿਆ ਵਾ। ਤੇ ਹੁਣ ਇਹਦੇ ਵਿੱਚ ਆਪਾਂ ਇਹ ਦਹੀਂ ਵਾਲਾ ਪੇਸਟ ਸ਼ਾਮਿਲ ਕਰ ਦਿਆਂਗੇ ਤੇ ਇਹਦੀ ਕਰਾਂਗੇ ਭੁਨਾਈ। ਜਦੋਂ ਵੀ ਦਹੀਂ ਪਾਓ ਜਾਂ ਤੇ ਫਲੇਮ ਨੂੰ ਬਿਲਕੁਲ ਬੰਦ ਕਰ ਲਓ ਜਾਂ ਬਿਲਕੁਲ ਸਲੋ ਕਰ ਲਓ, ਦਮ ਵਾਲੀ ਅੱਗ ਕਰ ਲਓ, ਤਾਂ ਕਿ ਦਹੀਂ ਜਿਹੜਾ ਵਾ ਆਪਣਾ ਉਹ ਫਟੇ ਨਹੀਂ। ਤੇ ਦੇਖੋ ਮਾਸ਼ਾਅੱਲਾ ਜ਼ਬਰਦਸਤ ਜਿਹਾ ਆਪਣਾ ਦਹੀਂ ਵੀ ਜਿਹੜਾ ਉਹਦਾ ਪਾਣੀ ਤਕਰੀਬਨ ਖੁਸ਼ਕ ਹੋ ਗਿਆ ਸੀ। ਤੇ ਗੋਭੀ ਦੇ ਜਿਹੜੇ ਨੀਚੇ ਵਾਲੇ ਜਾਂ ਸਖਤ ਹਿੱਸੇ ਹੁੰਦੇ ਆ, ਡੰਡੀਆਂ ਜਿਹੀਆਂ, ਉਹਨਾਂ ਨੂੰ ਬਿਲਕੁਲ ਬਾਰੀਕ ਕੱਟ ਕੇ ਰੱਖਿਆ ਹੋਇਆ ਸੀ। ਉਹਨਾਂ ਨੂੰ ਹੁਣ ਮੈਂ ਸ਼ਾਮਿਲ ਕਰ ਦਿੱਤਾ ਤਾਂ ਕਿ ਵੀ ਅੱਛੇ ਤਰੀਕੇ ਨਾਲ ਗਲ ਜਾਣ, ਕਿਉਂਕਿ ਗੋਭੀ ਆਪਣੀ ਹਾਫ ਡਨ ਹੋਈ ਆ ਤੇ ਉਹਨੂੰ ਜ਼ਿਆਦਾ ਆਪਾਂ ਨੂੰ ਗਲਾਉਣ ਦੀ ਜ਼ਰੂਰਤ ਨਹੀਂ ਪੇਸ਼ ਆਣੀ। ਤੇ ਜਦੋਂ ਇਹ ਗਲ ਗਏ ਤੇ ਹੁਣ ਆਪਾਂ ਗੋਭੀ ਸ਼ਾਮਿਲ ਕਰ ਦਿਆਂਗੇ ਤੇ ਇਹਨੂੰ ਲਾਵਾਂਗੇ ਲਿਡ ਥੋੜ੍ਹੀ ਦੇਰ ਵਾਸਤੇ, ਤਾਂ ਕਿ ਦਮ ਵਾਲੀ ਆਂਚ ਦੇ ਉੱਤੇ ਥੋੜ੍ਹਾ ਅੱਛੇ ਤਰੀਕੇ ਦੇ ਨਾਲ ਇਹ ਪੱਕ ਲਵੇ। ਤਕਰੀਬਨ 8 ਤੋਂ 10 ਮਿੰਟ ਆਪਾਂ ਇਹਨੂੰ ਦਮ ਵਾਲੇ ਫਲੇਮ 'ਤੇ ਰੱਖਾਂਗੇ। ਬਹੁਤ ਹੀ ਮਜ਼ੇ ਦੀ ਤੇ ਬਹੁਤ ਹੀ ਜ਼ਬਰਦਸਤ ਜਿਹੀ ਤੁਹਾਡੀ ਗੋਭੀ ਮਟਰ ਦੀ ਰੈਸਿਪੀ ਜਿਹੜੀ ਹੈ ਉਹ ਤਿਆਰ ਹੋਏਗੀ। ਤੁਸੀਂ ਇਹਨੂੰ ਜ਼ਰੂਰ ਟਰਾਈ ਕਰਨਾ ਵਾ ਤੇ ਮੈਨੂੰ ਕਮੈਂਟ ਬਾਕਸ 'ਚ ਆ ਕੇ ਜ਼ਰੂਰ ਦੱਸਣਾ ਵਾ ਕਿ ਤੁਹਾਡੀ ਰੈਸਿਪੀ ਕਿਸ ਤਰ੍ਹਾਂ ਦੀ ਬਣੀ, ਤੁਹਾਡੇ ਘਰਦਿਆਂ ਨੂੰ ਪਸੰਦ ਆਈ ਜਾਂ ਨਹੀਂ ਆਈ। ਸਬਜ਼ ਮਿਰਚਾਂ ਜੇ ਤੁਹਾਡੀਆਂ ਜ਼ਿਆਦਾ ਕੜਵੀਆਂ ਹੋਣ ਤਾਂ ਤੁਸੀਂ ਥੋੜ੍ਹੀਆਂ ਕਮ ਪਾ ਸਕਦੇ ਹੋ। ਇਸ ਚੀਜ਼ ਦਾ ਤੁਸੀਂ ਖੁਦ ਖਿਆਲ ਕਰ ਲੈਣਾ ਵਾ ਮਿਰਚਾਂ ਦਾ। ਤੇ ਬਾਕੀ ਜਿੰਨੀ ਅੱਛੀ ਬਣਾਈ ਹੋਏਗੀ, ਜਿੰਨਾ ਥੋੜ੍ਹੀ ਦੇਰ ਜਦੋਂ ਆਪਾਂ ਸਾਲਨ ਵਗੈਰਾ ਜਿਹੜਾ ਵੀ ਕੋਈ ਬਣਾਉਂਦੇ ਹਾਂ ਉਹਨੂੰ ਜੈਂਟ 'ਤੇ ਥੋੜ੍ਹੀ ਦੇਰ ਦਮ ਵਾਲੀ ਅੱਗ 'ਤੇ ਰੱਖ ਦਈਏ, ਅਤੇ ਉਹਦੇ ਨਾਲ ਜਿਹੜਾ ਵਾ ਅੱਧੇ ਤੋਂ ਜ਼ਿਆਦਾ ਫ਼ਰਕ ਟੇਸਟ ਨੂੰ ਉਸ ਟਾਈਮ ਪੈਂਦਾ ਵਾ। ਜਿੰਨਾ ਆਪਾਂ ਨੂੰ ਭੁਨਾਈ ਦਾ ਫ਼ਰਕ ਪੈਂਦਾ ਵਾ, ਓਨਾ ਹੀ ਇਸ ਤਰ੍ਹਾਂ ਦਮ 'ਤੇ ਰੱਖਿਆ ਹੋਇਆ ਵੀ ਸਾਲਨ ਦੇ ਟੇਸਟ ਨੂੰ ਬਹੁਤ ਜ਼ਬਰਦਸਤ ਫ਼ਰਕ ਪੈਂਦਾ ਵਾ। ਅਤੇ ਦੇਖੋ ਮਾਸ਼ਾਅੱਲਾ ਜ਼ਬਰਦਸਤ ਆ ਜਿਹੜੀ ਆਪਣੀ ਗੋਭੀ ਵੀ ਗਲ ਗਈ ਆ। ਮਟਰ ਆਪਣੇ ਪਹਿਲੇ ਹੀ ਗਲੇ ਹੋਏ ਸੀਗੇ। ਤੇ ਹੁਣ ਆਪਾਂ ਥੋੜ੍ਹਾ ਜਿਹਾ ਜਿਹੜੇ ਨਾ ਬਰਤਨ ਦੇ ਵਿੱਚ ਆਪਾਂ ਗੋਭੀ ਰੱਖੀ ਹੋਈ ਸੀ ਨਾ, ਉਹਦੇ ਵਿੱਚ ਮਸਾਲੇ ਲੱਗੇ ਹੋਏ ਸੀ, ਉਹਦੇ ਵਿੱਚ ਹੀ ਮੈਂ ਥੋੜ੍ਹਾ ਜਿਹਾ ਪਾਣੀ ਨੂੰ ਗਰਮ ਕਰ ਲਿਆ। ਤਕਰੀਬਨ ਅੱਧਾ ਗਲਾਸ ਗਰਮ ਪਾਣੀ ਦਾ ਕਰਕੇ ਤੇ ਇਹਦੇ ਵਿੱਚ ਸ਼ਾਮਿਲ ਕਰ ਦਿੱਤਾ ਵਾ। ਤੇ ਠੰਡਾ ਪਾਣੀ ਤੁਸੀਂ ਨਹੀਂ ਪਾਉਣਾ, ਗਰਮ ਪਾਣੀ ਹੀ ਪਾਉਣਾ ਵਾ। ਇਹਨਾਂ ਟੇਸਟ ਨੂੰ ਜ਼ਿਆਦਾ ਫ਼ਰਕ ਪੈਂਦਾ ਵਾ, ਟੇਸਟ ਜਿਹੜਾ ਬਹੁਤ ਅੱਛਾ ਆਉਂਦਾ ਵਾ। ਜੇ ਤੁਸੀਂ ਠੰਡਾ ਪਾਣੀ ਪਾਓਗੇ ਤਾਂ ਸਾਰਾ ਟੇਸਟ ਖਰਾਬ ਹੋ ਜਾਏਗਾ। ਥੋੜ੍ਹਾ ਜਿਹਾ ਗਰਮ ਮਸਾਲਾ ਸ਼ਾਮਿਲ ਕਰ ਦਿੱਤਾ, ਥੋੜ੍ਹੀ ਜਿਹੀ ਕਸੂਰੀ ਮੇਥੀ ਸ਼ਾਮਿਲ ਕੀਤੀ ਤੇ ਸਬਜ਼ ਧਨੀਆ ਸ਼ਾਮਿਲ ਕਰ ਦਿੱਤਾ। ਤੇ ਹੁਣ 2 ਮਿੰਟ ਲਈ ਰੱਖਾਂਗੇ ਇਹਨੂੰ ਦੁਬਾਰਾ ਦਮ ਵਾਲੇ ਫਲੇਮ 'ਤੇ। ਤੇ ਹੁਣ ਕਰਾਂਗੇ ਇਹਨੂੰ ਡਿਸ਼ ਆਊਟ। ਦੇਖੋ ਮਾਸ਼ਾਅੱਲਾ ਜ਼ਬਰਦਸਤ ਜਿਹਾ ਮਟਰ ਗੋਭੀ ਮਸਾਲਾ ਆਪਣਾ ਤਿਆਰ ਆ। ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਜੇ। ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ। ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜੇ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਪੱਕੇ ਹੋਏ ਖਾਣੇ ਸਾਰੇ ਪਸੰਦ ਕਰਨ ਤਾਂ ਮੇਰੇ ਚੈਨਲ ਨੂੰ ਜ਼ਰੂਰ ਫੋਲੋ ਕਰੋ। ਡੇਲੀ ਦੀ ਰੈਸਪੀ ਵਾਚ ਕਰਿਆ ਕਰੋ ਅਤੇ ਦੇਖਿਓ ਕਿੰਨੇ ਮਜ਼ੇ ਦੇ ਖਾਣੇ ਤੁਸੀਂ ਵੀ ਬਣਾਉਣੇ ਸ਼ੁਰੂ ਕਰ ਦੋਗੇ। ਜੇ ਕਿਸੇ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਤੇ ਉਹਨੂੰ ਬਣਾਉਣਾ ਆ ਜਾਏਗਾ। ਤੇ ਜੇ ਕਿਸੇ ਦੇ ਖਾਣੇ ਵਿੱਚ ਟੇਸਟ ਥੋੜ੍ਹਾ ਕਮ ਹੁੰਦਾ ਵਾ ਤੇ ਬਿਲਕੁਲ ਮੇਰੀ ਪਰਫੈਕਟ ਮੇਜਰਮੈਂਟ ਹੁੰਦੀ ਆ ਹਰ ਚੀਜ਼ ਦੀ, ਉਸੇ ਨੂੰ ਫੋਲੋ ਕਰਿਆ ਕਰੋ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਉਦੋਂ ਤੱਕ ਲਈ ਅੱਲਾ ਹਾਫਿਜ਼।